Hello everyone, I'm from LearnerWay IELTS Institute. In today's lesson, I'm gonna guide you through the IELTS writing task 1, that is map. Let's get started with map. First of all, let's take an understanding what map is, क्योंकि बहुत सारे स्टूडेंट्स ਮੈਨੂੰ ਕਹਿੰਦੇ ਆ ਕਿ ਮੈਪ ਉਹਨਾਂ ਨੂੰ ਕਾਫੀ ਡਿਫਿਕਲਟ ਲੱਗਦਾ ਆ। ਸੋ ਇਸ ਚੈਪਟਰ ਦੇ ਐਂਡ ਤੱਕ ਤੁਹਾਨੂੰ ਕਾਫੀ ਅੰਡਰਸਟੈਂਡਿੰਗ ਹੋ ਜਾਏਗੀ ਕਿ ਮੈਪ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕੀਤਾ ਜਾਂਦਾ ਆ। ਸੋ ਤੁਹਾਨੂੰ IELTS एग्जाम ਦੇ ਵਿੱਚ ਕੋਈ ਵੀ ਮੈਪ ਆ ਸਕਦਾ ਹੈ, ਲਾਈਕ ਮੈਪ ਆਫ ਐਨੀ ਸਟਰੀਟ, ਟਾਊਨ, ਵਿਲੇਜ, ਆਈਲੈਂਡ, ਪਾਰਕ ਔਰ ਅ ਗਾਰਡਨ ਔਰ ਐਨੀ ਕਾਨਫਰੰਸ ਹਾਲ ਲਾਈਕ ਬਿਲਡਿੰਗ। ਲੇਕਿਨ ਇਹਨਾਂ ਸਾਰੇ ਮੈਪਸ ਨੂੰ ਡਿਸਕ੍ਰਾਈਬ ਕਰਨ ਦਾ ਜਿਹੜਾ ਵੇ ਹੈ, ਤਰੀਕਾ ਆ, ਉਹ ਆਲਮੋਸਟ ਸੇਮ ਹੈ। ਦੇਅਰ ਇਜ਼ ਨਾਟ ਮੱਚ ਡਿਫਰੈਂਸ। ਜਸਟ ਤੁਹਾਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਪਏਗਾ ਕਿ ਜਿਹੜੇ ਤੁਹਾਨੂੰ ਮੈਪ ਹੈ ਉਹ ਕਿਹੜੇ ਟੈਂਸ ਵਿੱਚ ਦਿੱਤੇ ਹੋਏ ਨੇ, ਪਾਸਟ ਵਿੱਚ, ਪ੍ਰੈਜ਼ੈਂਟ ਵਿੱਚ ਜਾਂ ਫਿਰ ਫਿਊਚਰ ਵਿੱਚ। ਹਾਂਜੀ, ਹੁਣ ਆਪਾਂ ਮੈਪ ਦੀ ਅੰਡਰਸਟੈਂਡਿੰਗ ਡਿਟੇਲ ਵਿੱਚ ਲੈਂਦੇ ਹਾਂ। ਇਸ ਟਾਈਮ ਤੁਹਾਨੂੰ ਦੋਨੋਂ ਮੈਪ ਪਾਸਟ ਈਅਰਸ ਦੇ ਵਿੱਚ ਦਿੱਤੇ ਹੋਏ ਨੇ। ਇੱਕ ਮੈਪ ਤੁਹਾਨੂੰ 1950 ਈਅਰ ਦਾ ਦਿੱਤਾ ਹੋਇਆ, ਦੂਸਰਾ ਦਿੱਤਾ ਹੋਇਆ 2007 ਦਾ। ਇਹ ਤੁਹਾਨੂੰ ਮੈਪ ਦਿੱਤਾ ਹੋਇਆ ਪੋਰਟਲੈਂਡ ਆਈਲੈਂਡ ਦਾ। ਸੈਕਿੰਡ ਮੈਪ ਹੈ ਜਿਹਦੇ ਵਿੱਚ ਤੁਹਾਨੂੰ ਫਸਟ ਮੈਪ 1995 ਦੇ ਵਿੱਚ ਦਿੱਤਾ ਹੋਇਆ ਅਤੇ ਦੂਸਰਾ ਮੈਪ ਪ੍ਰੈਜ਼ੈਂਟ ਟੈਂਸ ਦੇ ਵਿੱਚ, ਯਾਨੀ ਕਿ ਪ੍ਰੈਜ਼ੈਂਟ ਟਾਈਮ ਦੇ ਵਿੱਚ ਦਿੱਤਾ ਹੋਇਆ। ਤਾਂ ਇਹਦੇ ਅਕੋਰਡਿੰਗ ਤੁਸੀਂ ਟੈਂਸਿਸ ਯੂਜ਼ ਕਰੋਗੇ। ਥਰਡ ਕੈਟੇਗਰੀ ਹੈ ਜਦੋਂ ਤੁਹਾਨੂੰ ਪਹਿਲਾ ਮੈਪ ਪ੍ਰੈਜ਼ੈਂਟ ਦੇ ਵਿੱਚ ਦਿੱਤਾ ਹੋਇਆ ਅਤੇ ਦੂਸਰਾ ਮੈਪ ਤੁਹਾਨੂੰ ਫਿਊਚਰ ਦਾ ਦਿੱਤਾ ਹੋਇਆ। ਮੀਨਸ ਤੁਹਾਨੂੰ ਫਿਊਚਰ ਦਾ ਪਲਾਨ ਦਿੱਤਾ ਹੋਇਆ ਕਿ ਕੀ ਫੈਸਿਲਿਟੀਜ਼ ਜਾਂ ਕੀ ਅਮੈਨਿਟੀਜ਼ ਜਿਹੜੀਆਂ ਹੈਗੀਆਂ ਉਹ ਐਡ ਕੀਤੀਆਂ ਜਾਣਗੀਆਂ ਫਿਊਚਰ ਦੇ ਵਿੱਚ। ਤੋਂ ਪਹਿਲਾਂ ਮੈਪ ਦੇ ਵਿੱਚ ਰਿਕਗਨਾਈਜ਼ ਕਰੋ ਕਿ ਮੇਨ ਏਰੀਆਜ਼ ਕੀ ਹੈ ਅਤੇ ਉਹਦੇ ਵਿੱਚ ਕਿਹੜੀਆਂ ਜਿਹੜੀਆਂ ਚੇਂਜਿਸ ਹੈ ਅਕਰ ਹੋਈਆਂ ਓਵਰ ਦਾ ਗਿਵਨ ਟਾਈਮ ਪੀਰੀਅਡ। ਦੈਨ ਅੰਡਰਸਟੈਂਡ ਵੈਦਰ ਦਾ ਮੈਪ ਆਰ ਇਨ ਦਾ ਪਾਸਟ, ਪ੍ਰੈਜ਼ੈਂਟ ਔਰ ਦਾ ਫਿਊਚਰ, ਕਿਉਂਕਿ ਅਸੀਂ ਗ੍ਰਾਮਰ ਜਿਹੜੀ ਹੈ ਉਹ ਐਕੂਰੇਟਲੀ ਯੂਜ਼ ਕਰਨੀ ਆ ਐਜ਼ ਪਰ ਦਾ ਗਿਵਨ ਟਾਈਮ। ਫॉर ਐਨ ਇਫੈਕਟਿਵ ਇੰਟਰੋਡਕਸ਼ਨ, ਐਜ਼ ਯੂ ਕੈਨ ਸੀ, ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਆਪਾਂ ਗ੍ਰਾਫ ਦੇ ਵਿੱਚ ਵੀ ਇੰਟਰੋਡਕਸ਼ਨ ਦਿੰਦੇ ਆ, ਉਸੇ ਤਰ੍ਹਾਂ ਮੈਪ ਦੇ ਵਿੱਚ ਵੀ ਸਾਨੂੰ ਇੰਟਰੋਡਕਸ਼ਨ ਦੇਣੀ ਪਏਗੀ। ਸੋ ਇੱਕ ਇਫੈਕਟਿਵ ਇੰਟਰੋਡਕਸ਼ਨ, ਇੱਕ ਵਧੀਆ ਇੰਟਰੋਡਕਸ਼ਨ ਲਿਖਣ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਰੀਫਰੇਜ਼ ਕਰੋਗੇ ਕੁਐਸਚਨ ਨੂੰ ਵਿਦਾਊਟ ਰਿਪੀਟਿੰਗ ਐਨੀਥਿੰਗ। ਟਰਾਈ ਕਰੋ ਕਿ ਜਿੰਨੇ ਤੋਂ ਜ਼ਿਆਦਾ ਤੁਸੀਂ ਸਿਨੋਨਿਮ ਯੂਜ਼ ਕਰ ਸਕਦੇ ਹੋ ਤਾਂ ਉਹ ਯੂਜ਼ ਕਰੋ। ਅਤੇ ਵੋਕੈਬ ਜਿਹੜੀ ਹੈਗੀ ਹੈ ਉਹ ਤੁਸੀਂ ਨੈਕਸਟ ਆਉਣ ਵਾਲੀਆਂ ਸਲਾਈਡਸ ਦੇ ਵਿੱਚ ਦੇਖੋਗੇ, ਜਿਹੜੀਆਂ ਤੁਸੀਂ ਵੋਕੈਬ ਯਾਨੀ ਕਿ ਜਿਹੜੇ ਵਰਡਸ ਹੈ ਰਿਲੇਟਡ ਟੂ ਮੈਪ ਯੂ ਕੈਨ ਯੂਜ਼। ਓਕੇ, ਵੈਨ ਇਟ ਕਮਸ ਟੂ ਡਿਸਕ੍ਰਾਈਬਿੰਗ ਜਰਨਲ ਚੇਂਜਿਸ ਇਨ ਓਵਰਵਿਊ, ਯੂ ਹੈਵ ਟੂ ਯੂਜ਼ ਐਪਰੋਪਰੀਏਟ ਵਰਡਸ। ਇੱਥੇ ਐਪਰੋਪਰੀਏਟ ਵਰਡਸ ਕੀ ਹੈ, ਜਿਵੇਂ ਬਿਲਟ, ਕੰਸਟਰਕਟਡ, ਅਕਰਡ। ਸੋ ਇਹਦੀ ਵੀ ਤੁਹਾਨੂੰ ਹੋਰ ਅੰਡਰਸਟੈਂਡਿੰਗ ਅਗਲੀ ਆਉਣ ਵਾਲੀਆਂ ਸਲਾਈਡਸ ਦੇ ਵਿੱਚ ਹੋ ਜਾਏਗੀ। ਅਤੇ ਲਿੰਕਿੰਗ ਫਰੇਜ਼ਿਸ ਤੁਸੀਂ ਯੂਜ਼ ਕਰਨੇ ਆ। ਇਹਦੇ ਵਿੱਚ ਤੁਹਾਨੂੰ ਪ੍ਰੈਪੋਜੀਸ਼ਨਲ ਫਰੇਜ਼ਿਸ ਯੂਜ਼ ਕਰਨੇ ਪੈਣੇ ਆ, ਲੈਂਗੁਏਜ ਆਫ ਡਾਇਰੈਕਸ਼ਨਸ ਟੂ ਪ੍ਰੈਜ਼ੈਂਟ ਦਾ ਐਗਜ਼ੈਕਟ ਲੋਕੇਸ਼ਨ ਆਫ ਦਾ ਸਾਈਟਸ। ਅਤੇ ਉਸ ਤੋਂ ਬਾਅਦ ਵਨਸ ਯੂ ਆਰ ਡਨ ਵਿਦ ਦਾ ਮੈਪ, ਜਸਟ ਰਿਵਿਊ ਯੂਰ ਆਂਸਰ ਫॉर ਸਪੈਲਿੰਗ ਐਂਡ ਗ੍ਰਾਮਰ ਮਿਸਟੇਕਸ because these are equally important in order to score very good. For introduction, दूसरा summary ਦਾ summary paragraph as per your choice you can provide in the second or at the end, ਜਿਵੇਂ ਤੁਹਾਨੂੰ ਠੀਕ ਲੱਗੇ। ਅਤੇ MBPs ਤੁਸੀਂ 2 ਬਣਾ ਸਕਦੇ ਹੋ। ਜੇ MBP 1 ਦੇ ਵਿੱਚ ਤੁਸੀਂ ਫਸਟ ਮੈਪ ਡਿਸਕ੍ਰਾਈਬ ਕਰ ਦਿਓ ਅਤੇ ਦੂਸਰੇ ਦੇ ਵਿੱਚ ਸੈਕਿੰਡ ਮੈਪ। ਇਹਦੇ ਨਾਲ ਕੀ ਹੋਏਗਾ, ਇੱਕ ਤਾਂ ਤੁਹਾਡੀ ਰੈਪੀਟੀਸ਼ਨ ਨਹੀਂ ਹੋਏਗੀ ਐਂਡ ਸੈਕਿੰਡਲੀ ਤੁਸੀਂ ਐਕੂਰੇਟਲੀ ਗ੍ਰਾਮਰ ਵਾਈਜ਼, ਵਰਡ ਵਾਈਜ਼ ਤੁਸੀਂ ਡਿਸਕ੍ਰਾਈਬ ਕਰ ਸਕੋਗੇ। So let's take an example of this map firstly so that I can make you understand clearly. As you can see, ਹੁਣ ਮੈਂ ਇਸ ਟਾਈਮ 2 ਮੈਪ ਲਿੱਤੇ ਨੇ। ਪਹਿਲਾ ਮੈਪ ਜਿਹੜਾ ਹੈਗਾ ਪੋਰਟਲੈਂਡ ਦਾ 1950 'ਚ ਹੈ, ਦੂਸਰਾ 2007 'ਚ ਹੈ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇੰਟਰੋਡਕਸ਼ਨ ਤੁਸੀਂ ਕਿਵੇਂ ਦੇਣੀ ਹੈ। As you can see, the render diagram depicts the changes which were or had been occurred in the coastal town Portland between 1950 and 2007. ਤੁਸੀਂ ਦੂਸਰੇ ਮੈਪ ਦੇ ਅਕੋਰਡਿੰਗ ਤੁਸੀਂ ਦੇਖਣਾ ਆ ਕਿ ਤੁਹਾਨੂੰ ਦੂਸਰਾ ਮੈਪ ਜਿਹੜਾ ਹੈਗਾ ਉਹ ਪਾਸਟ ਵਿੱਚ ਦਿੱਤਾ ਹੈ ਜਾਂ ਪ੍ਰੈਜ਼ੈਂਟ 'ਚ ਦਿੱਤਾ ਹੈ ਜਾਂ ਫਿਊਚਰ 'ਚ ਦਿੱਤਾ ਹੈ। ਤੁਸੀਂ ਉਹਦੇ ਅਕੋਰਡਿੰਗ ਇੱਥੇ ਹੈਲਪਿੰਗ ਵਰਬ ਯੂਜ਼ ਕਰੋਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਵਰ ਯੂਜ਼ ਹੋਏਗਾ ਜਾਂ ਫਿਰ ਹੈਡ ਬੀਨ ਯੂਜ਼ ਹੋਏਗਾ, ਕਿਉਂਕਿ ਇਹ ਸੈਂਟੈਂਸ ਇਸ ਟਾਈਮ ਪੈਸਿਵ ਦੇ ਵਿੱਚ ਹੈਗਾ ਆ। 2 ਤਰੀਕੇ ਦਿੱਤੇ, ਤੁਸੀਂ ਇਸ ਤਰ੍ਹਾਂ ਵੀ ਦੇ ਸਕਦੇ ਹੋ। ਦਾ ਰੈਂਡਰਡ ਮੈਪ ਡਿਪਿਕਟਸ ਡਰਾਮੈਟਿਕ ਚੇਂਜਿਸ ਇਨ ਦਾ ਕੋਸਟਲ ਟਾਊਨ ਪੋਰਟਲੈਂਡ ਓਵਰ 57 ਈਅਰਸ ਬਿਟਵੀਨ 1950 ਐਂਡ 2007। ਇਸ ਸਲਾਈਡ ਦੇ ਵਿੱਚ ਤੁਹਾਨੂੰ ਕਾਫੀ ਸਾਰੀ ਵੋਕੈਬ ਜਿਹੜੀ ਹੈ ਉਹ ਦਿੱਤੀ ਹੋਈ ਹੈ। ਜਿਵੇਂ ਕਿ ਰੈਂਡਰਡ ਦੀ ਥਾਂ 'ਤੇ ਤੁਸੀਂ ਸਿਨੋਨਿਮ ਯੂਜ਼ ਕਰ ਸਕਦੇ ਹੋ, ਗਿਵਨ, ਪ੍ਰੋਵਾਈਡਡ, ਸਪਲਾਈਡ, ਪ੍ਰੈਜ਼ੈਂਟਡ, ਜਿੱਥੇ ਤੁਹਾਨੂੰ ਰੈਂਡਰਡ ਦਿੱਤਾ ਹੋਇਆ। ਮੈਪ ਦੀ ਥਾਂ 'ਤੇ ਤੁਸੀਂ ਡਾਇਗ੍ਰਾਮ, ਲੇਆਊਟ, ਬਲੂ ਪ੍ਰਿੰਟ, ਡਿਪਿਕਟਸ ਦੇ ਸਿਨੋਨਿਮ ਹੈਗੇ ਆ, ਸ਼ੋਜ਼, ਡੈਮੋਨਸਟ੍ਰੇਟ। ਯੂ ਕੈਨ ਯੂਜ਼ ਐਨੀ ਵਨ ਆਫ ਦੀਜ਼ ਜਿਹੜਾ ਤੁਸੀਂ ਕੰਫਰਟੇਬਲੀ ਯੂਜ਼ ਕਰ ਸਕੋ। ਡਰਾਮੈਟਿਕ ਦੇ ਸਿਨੋਨਿਮ ਹੈਗੇ ਆ, ਕੰਸੀਡਰੇਬਲ,
enormous, radical, substantial, remarkable, spectacular, etc. ਨੈਕਸਟ ਪੈਰਾਗ੍ਰਾਫ ਸਮਰੀ ਦੇ ਵਿੱਚ ਅਸੀਂ ਓਵਰਆਲ ਜੋ ਵੀ ਚੇਂਜਸ ਅਕਰ ਹੋਈਆਂ ਨੇ ਜਾਂ ਹੋਣ ਵਾਲੀਆਂ ਨੇ ਤੁਸੀਂ ਉਹਨਾਂ ਬਾਰੇ ਇੱਕ ਜਨਰਲ ਜੀ ਲਾਈਨ ਦੇਣੀ ਹੈਗੀ ਆ। ਤੁਸੀਂ ਇਹ ਵੀ ਮੈਂ 3 ਤਰੀਕੇ ਨਾਲ ਤੁਹਾਨੂੰ ਦੱਸੀਆਂ ਨੇ ਕਿ ਤੁਸੀਂ 3 ਵੇਜ਼ ਦੇ ਨਾਲ ਇਹ ਲਾਈਨ ਤੁਸੀਂ ਦੇ ਸਕਦੇ ਹੋ। ਜਿਵੇਂ ਕਿ ਮੈਂ ਇੱਥੇ ਦਿੱਤਾ ਦਾ ਪੋਰਟਲੈਂਡ ਏਰੀਆ ਵਿਟਨੈਸ ਡਰਾਮੈਟਿਕ ਚੇਂਜਸ ਓਵਰ ਦਾ ਪੀਰੀਅਡ and had been converted into commercial area after adding the business facilities। ਜੇ ਆਪਾਂ ਦੁਬਾਰਾ ਤੋਂ ਮੈਪ ਪਿਛਲਾ ਰੈਫਰ ਕਰੀਏ ਤਾਂ ਪਿਛਲੀ ਸਲਾਈਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਯਾਟ ਮੈਰੀਨਾ ਫੈਸਿਲਿਟੀ ਐਡ ਹੋ ਗਈ ਸੀ ਤੇ ਇੰਡਸਟਰੀਅਲ ਏਰੀਆ ਰਿਮੂਵ ਕਰਕੇ ਉਹਦੀ ਥਾਂ ਤੇ ਪਾਰਕ, ਸਵਿਮਿੰਗ ਪੂਲ, ਮਲਟੀ ਸਟੋਰੀ ਕਾਰ ਪਾਰਕ ਬਿਲਡ ਕਰ ਦਿੱਤੇ ਗਏ। ਕਾਰ ਪਾਰਕ ਪੂਰੀ ਤਰ੍ਹਾਂ ਨਾਲ ਰਿਮੂਵ ਕਰ ਦਿੱਤਾ ਗਿਆ ਤੇ ਅਪਾਰਟਮੈਂਟਸ ਬਣਾਤੇ ਗਏ ਆ, ਸੈਮੀ ਸਰਕੂਲਰ ਪਾਥਵੇ ਬਣਾ ਦਿੱਤਾ ਗਿਆ ਆ। ਜਿਹੜੀ ਛੋਟੀ ਰੋਡ ਸੀਗੀਆਂ ਦੋਨੇ ਇਹ ਅੱਗੇ ਸ਼ਿਫਟ ਕਰ ਦਿੱਤੀਆਂ ਗਈਆਂ ਨੇ। ਸੋ ਇਹਨੂੰ ਤੁਸੀਂ ਕੰਸੀਡਰ ਕਰਦੇ ਹੋਏ ਤੁਸੀਂ ਸਮਰੀ ਦੇਣੀ ਹੈਗੀ ਆ। ਓਵਰਆਲ ਅਗਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਕਮਰਸ਼ੀਅਲ ਫੈਸਿਲਿਟੀਜ਼ ਐਡ ਹੋ ਗਈਆਂ ਜਿਵੇਂ ਕਿ ਸ਼ਾਪਸ, ਸਿਨੇਮਾ, ਪਾਰਕ, ਮਲਟੀ ਸਟੋਰੀ ਕਾਰ ਪਾਰਕ, ਸਵਿਮਿੰਗ ਪੂਲ। ਠੀਕ ਹੈ ਜੀ। ਨੈਕਸਟ ਹੈ ਸਮਰੀ ਉਹਦੇ ਅਕੋਰਡਿੰਗ ਹੀ ਦਿੱਤੀ ਹੈ ਕਿ ਇਟ ਵਿਟਨੈਸ ਡਰਾਮੈਟਿਕ ਚੇਂਜਸ ਓਵਰ ਦਾ ਪੀਰੀਅਡ ਐਂਡ ਇਟ ਹੈਜ਼ ਬੀਨ ਕਨਵਰਟਡ ਇਨਟੂ ਕਮਰਸ਼ੀਅਲ ਏਰੀਆ ਆਫਟਰ ਐਡਿੰਗ ਦਾ ਬਿਜ਼ਨਸ ਫੈਸਿਲਿਟੀਜ਼। ਦੂਸਰਾ ਤਰੀਕਾ ਤੁਸੀਂ ਇੱਦਾਂ ਵੀ ਦੇ ਸਕਦੇ ਸੀਗੇ ਕਿ ਦਾ ਪੋਰਟਲੈਂਡ ਏਰੀਆ ਸੌ ਸਪੈਕਟੈਕੂਲਰ ਡਿਵੈਲਪਮੈਂਟਸ ਓਵਰ 57 years time period after constructing the shops, cinemas and adding commercial facilities on the useless space of grassland. The third way, the Portland area was completely modernized during the time period after constructing the shops, cinemas and adding commercial facilities on the useless space of grassland. Next, main body paragraph. ਬਹੁਤ ਸਾਰੇ ਸਟੂਡੈਂਟਸ ਨੂੰ ਗ੍ਰਾਮਰ ਯੂਜ਼ ਕਰਨ 'ਚ ਪ੍ਰੋਬਲਮ ਆਉਂਦੀ ਹੈ। ਸੋ ਜਦੋਂ ਮੈਂ ਡਿਸਕਰਾਈਬ ਕਰ ਰਹੀ ਹਾਂ ਇਹਦੇ ਵਿੱਚ ਮਤਲਬ ਮੈਂ ਤੁਹਾਨੂੰ ਹੈਲਪਿੰਗ ਵਰਬਸ ਕਹਿ ਲਓ, ਇੱਕ ਤਰ੍ਹਾਂ ਨਾਲ ਗ੍ਰਾਮਰ ਤੁਹਾਨੂੰ ਸਮਝਾਈ ਹੋਈ ਹੈ ਕਿ ਤੁਸੀਂ ਇੱਥੇ ਵਾਜ਼ ਜਾਂ ਹੈਡ ਹੀ ਯੂਜ਼ ਕਰਨਾ ਆ। ਇਹਦੇ ਵਿੱਚ ਤੁਹਾਡੀ ਕੋਈ ਵਕੈਬ ਨਹੀਂ ਯੂਜ਼ ਹੋਏਗੀ। ਮੈਜੋਰਿਟੀ ਆਫ ਦਾ ਸੈਂਟੈਂਸਿਸ ਜਿਹੜੇ ਹੈਗੇ ਆ ਉਹ ਦੇਅਰ ਨਾਲ ਬਣਨਗੇ। ਤੁਸੀਂ ਦੇਖ ਸਕਦੇ ਹੋ ਕੁਝ ਐਗਜ਼ਾਮਪਲ ਤੁਹਾਨੂੰ ਸੈਂਟੈਂਸ ਦੀਆਂ ਦਿੱਤੀਆਂ ਹੋਈਆਂ ਤਾਂ ਕਿ ਤੁਹਾਨੂੰ ਪ੍ਰੋਬਲਮ ਨਾ ਆਵੇ ਸੈਂਟੈਂਸ ਫਾਰਮੇਸ਼ਨ 'ਚ। ਮੈਜੋਰਿਟੀ ਸੈਂਟੈਂਸਿਸ ਦੇਅਰ ਤੋਂ ਸਟਾਰਟ ਹੋਣਗੇ। ਹੈਲਪਿੰਗ ਵਰਬ ਵਾਜ਼, ਹੈਡ, ਕੁਡ ਬੀ ਯੂਜ਼ ਕਰ ਸਕਦੇ ਹੋ ਤੁਸੀਂ। ਜਿਵੇਂ ਦੇਅਰ ਵਾਜ਼ ਅ ਪੋਸਟ ਆਫਿਸ ਟੂ ਦਾ ਨਾਰਥ ਆਫ ਦਾ ਬੈਂਕ, ਪੋਰਟਲੈਂਡ ਹੈਡ ਅ ਪੋਸਟ ਆਫਿਸ ਟੂ ਦਾ ਨਾਰਥ ਆਫ ਦਾ ਬੈਂਕ। ਸੋ ਮਤਲਬ ਇਹ ਤਰੀਕੇ ਦੱਸੇ ਆ ਤੁਸੀਂ ਇੱਕ ਜਿਹੜੀ ਸਾਈਟ ਹੈ ਉਹਨੂੰ ਤੁਸੀਂ ਕਿਵੇਂ ਡਿਸਕਰਾਈਬ ਕਰ ਸਕਦੇ ਹੋ ਯੂਜ਼ਿੰਗ ਡਿਫਰੈਂਟ ਸੈਂਟੈਂਸਿਸ। ਠੀਕ ਹੈ, ਜਿਵੇਂ ਆ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਦਿੱਤਾ ਹੋਇਆ ਤੁਸੀਂ ਇਹ ਤੋਂ ਦੇਖ ਸਕਦੇ ਹੋ, ਇਸ ਤਰ੍ਹਾਂ ਤੁਸੀਂ ਲਾਈਨਾਂ ਬਣਾ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਮੇਨ ਬੋਡੀ ਪੈਰਾਗ੍ਰਾਫ 1 ਪਹਿਲਾ ਪੈਰਾਗ੍ਰਾਫ ਦੇਖੋ ਤੁਹਾਨੂੰ ਕਿਵੇਂ ਡਿਸਕਰਾਈਬ ਕੀਤਾ ਹੋਇਆ। In 1950, Portland was located towards the south of the sea. There was a straight main road bisecting the town into two. As you can see, this road has bisected, I mean it has divided the village, Portland into two parts. Two side roads were there, one to the left and other to the right. The left road led to industrial area, whereas the right one led to the car park. The rest of the area was covered with mainly grassland. So this is, as you can see, this is just first map which I have described here. So you don't need to describe side by side as ਬਹੁਤ ਸਾਰੇ ਸਟੂਡੈਂਟ ਜਿਹੜੇ ਆ ਗ੍ਰਾਮੈਟੀਕਲ ਮਿਸਟੇਕਸ ਕਰਦੇ ਨੇ ਜਦੋਂ ਦੋਨਾਂ ਨੂੰ ਇਕੱਠਾ ਡਿਸਕਰਾਈਬ ਕਰਦੇ ਨੇ। ਸੋ ਮੈਂ ਇਹੀ ਕਹਿੰਦੀ ਹਾਂ ਕਿ ਤੁਸੀਂ ਫਸਟ ਮੈਪ ਇੱਕ MBP 'ਚੋਂ ਡਿਸਕਰਾਈਬ ਕਰ ਦਿਓ ਤੇ ਦੂਸਰਾ ਜਿਹੜਾ ਮੈਪ ਹੈਗਾ ਉਹ ਦੂਸਰੇ MBP 'ਚੋਂ ਡਿਸਕਰਾਈਬ ਕਰ ਦਿਓ, ਜਿਹਦੇ ਨਾਲ ਤੁਹਾਡੀ ਗ੍ਰਾਮਰ ਦੀ ਮਿਸਟੇਕਸ ਨਹੀਂ ਹੋਣਗੀਆਂ। ਓਕੇ, ਇਹ ਹੈਗਾ ਸੈਕਿੰਡ ਮੈਪ। ਹੁਣ ਦੇਖੋ ਇਹਦੇ 'ਚ ਆਫਟਰ 57 years ਜੋ ਵੀ ਚੇਂਜਸ ਅਕਰ ਹੋਈਆਂ ਆ ਅਸੀਂ ਉਹ ਡਿਸਕਰਾਈਬ ਕਰਨੀਆਂ ਆ। 57 years later, the sea was developed as a yacht marina circled by a newly built road which was linked to the original straight road. Many apartments had been built towards the southeast of the Portland. The industrial area on the left was replaced by a park, a swimming pool and a multi-story car park. The side roads were shifted to southwards. The car park to the west was removed. If you remember here at this site there was a car park. It had been removed. The side roads were shifted southwards. The car park to the west was removed and many apartments were constructed in its place. On the southeast corner of Portland, many houses were built and a cinema was opened in the corner between the main road and the left side road. Many shops were opened
along the northern side of both side roads. ठीक है जी. So this is the description of map 2. ਹੁਣ ਆਪਾਂ ਪੂਰਾ ਮੋਡਲ ਆਨਸਰ ਦੇਖ ਰਹੇ ਹਾਂ. This is your introduction, this is summary, this is MBP 1 and this is MBP 2. As you can see, this is introduction. This is your introduction here. Yeah, and this is your summary. This is MBP 1 and MBP 2. The full answer. ਓਕੇ. ਤੁਸੀਂ ਆਪਣੇ ਮੈਪ ਜਦੋਂ ਤੁਸੀਂ ਮੈਪ ਡਿਸਕਰਾਈਬ ਕਰ ਰਹੇ ਹੋ, ਨੋ ਡਾਊਟ ਤੁਸੀਂ ਲੈਫਟ ਰਾਈਟ ਵੀ ਯੂਜ਼ ਕਰ ਸਕਦੇ ਹੋ, ਬਟ ਇਟ ਇਜ਼ ਬੈਟਰ ਟੂ ਯੂਜ਼ ਡਾਇਰੈਕਸ਼ਨਸ. ਤਾਂ ਉਹਦੇ ਵਾਸਤੇ ਤੁਸੀਂ ਕੰਪਸ ਚਾਹੇ ਆਪ ਡਰਾ ਕਰ ਲਓ. ਕਈ ਵਾਰ ਤੁਹਾਨੂੰ ਮੈਪ ਦੇ ਵਿੱਚ ਜਿਹੜਾ ਪਿਕਚਰ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਉਹਦੇ ਵਿੱਚ ਦਿੱਤਾ ਹੁੰਦਾ ਆ ਤਾਂ ਨਾਰਥ ਸਾਊਥ ਵੈਸਟ ਈਸਟ, ਸੌਰੀ ਹਾਂਜੀ ਨਾਰਥ ਸਾਊਥ ਵੈਸਟ ਈਸਟ. ਸੋ ਇਸ ਕਰਕੇ ਬੈਟਰ ਵੇ ਹੈ ਇਜ਼ ਟੂ ਯੂਜ਼ ਨਾਰਥ ਸਾਊਥ ਈਸਟ ਵੈਸਟ, ਨਾਰਥ ਈਸਟ ਨਾਰਥ ਵੈਸਟ, ਨਾਰਥ ਈਸਟ ਸਾਊਥ ਈਸਟ ਐਂਡ ਸਾਊਥ ਵੈਸਟ. ਸੋ ਅਵੋਇਡ ਯੂਜ਼ਿੰਗ ਲੈਫਟ ਰਾਈਟ, ਬਟ ਇਟ ਇਜ਼ ਨਾਟ ਰੋਂਗ, ਤੁਸੀਂ ਯੂਜ਼ ਕਰ ਸਕਦੇ ਹੋ. ਅੱਗੇ ਜਿਹੜੇ ਪ੍ਰੈਪੋਜੀਸ਼ਨਲ ਫਰੇਜ਼ਿਸ ਹੈ, ਡਾਇਰੈਕਸ਼ਨਲ ਫਰੇਜ਼ਿਸ ਹੈ, ਇਹ ਤੁਹਾਡੇ ਸਾਹਮਣੇ ਕੁਝ ਦਿੱਤੇ ਔਨ ਦਾ ਵੈਸਟਰਨ ਸਾਈਡ, ਟੂ ਦਾ ਸਾਊਥ, ਇਨ ਦਾ ਸੈਂਟਰ ਆਫ, ਔਨ ਦਾ ਨਾਰਥ ਵੈਸਟ ਕਾਰਨਰ. ਮੇਕ ਸ਼ੋਰ ਯੂ ਆਰ ਯੂਜ਼ਿੰਗ ਪ੍ਰੈਪੋਜੀਸ਼ਨਸ ਐਕੂਰੇਟਲੀ. adjacent to, clockwise, along, across. ਤੇ ਤੁਸੀਂ ਡਾਇਰੈਕਸ਼ਨ ਕਿਵੇਂ ਦੇ ਸਕਦੇ ਹੋ? ਕੁਝ ਤੁਹਾਨੂੰ ਸੈਂਪਲ ਲਾਈਨਸ ਇੱਥੇ ਦਿੱਤੀਆਂ ਹੋਈਆਂ, ਸੈਂਪਲ ਸੈਂਟੈਂਸਸ ਦਿੱਤੇ ਹੋਏ ਆ, ਜਿਵੇਂ ਦ ਫੋਰੈਸਟ ਟੂ ਦ ਸਾਊਥ ਆਫ ਦ ਰਿਵਰ ਵਾਸ ਕੱਟ ਡਾਊਨ, ਅ ਗੋਲਫ ਕੋਰਸ ਵਾਸ ਕੰਸਟਰਕਟਡ ਟੂ ਦ ਨਾਰਥ ਆਫ ਦ ਏਅਰਪੋਰਟ, ਦ ਹਾਊਸਿਸ ਇਨ ਦ ਸਾਊਥ ਵੈਸਟ ਆਫ ਦ ਟਾਊਨ ਵਰ ਡਿਮੋਲਿਸ਼ਡ. So you should note it down on your notebook while understanding it, so that you can have more understanding, ਤਾਕਿ ਤੁਹਾਨੂੰ ਹੋਰ ਅੰਡਰਸਟੈਂਡਿੰਗ ਹੋ ਸਕੇ. ਤੁਸੀਂ ਆਹ ਲਾਈਨਾਂ ਜਸਟ ਤੁਹਾਨੂੰ ਕੀ ਕਰਨਾ ਪਏਗਾ, ਇੱਥੇ ਜਿਹੜੀਆਂ ਵੀ ਸਾਈਟਸ ਬਣੀਆਂ ਹੈਗੀਆਂ ਉਹ ਤੁਸੀਂ ਚੇਂਜ ਕਰੋਗੇ, ਅਦਰਵਾਈਜ਼ ਸਾਰੀ ਸੈਂਟੈਂਸਸ ਸੇਮ ਹੀ ਰਹਿਣੇ ਹੈਗੇ ਆ. ਅਤੇ ਆ ਕੁਛ ਪ੍ਰੈਪੋਜੀਸ਼ਨਲ ਵਰਡਸ ਦਿੱਤੇ ਹੋਏ ਆ, ਇਹਨਾਂ ਦੇ ਮੀਨਿੰਗ ਅੰਡਰਸਟੈਂਡ ਕਰਨੇ ਆ ਤੁਸੀਂ ਅਤੇ ਅਕੋਰਡਿੰਗਲੀ ਯੂਜ਼ ਕਰਨਾ ਆ. ਨੈਕਸਟ ਟੂ ਦਾ ਮਤਲਬ ਹੈ ਜਿਵੇਂ ਉਹਦੇ ਨਾਲ ਹੀ, ਸੋ ਇੱਦਾਂ